ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਤੀਜਾ। ਸੇ ਸੱਚ ਲਾਗੇ ਜੋ ਤਿਲ ਪਾਏ, ਸਦਾ ਸੱਚ ਸੇਵੇ ਸਹਿਜ ਸੁਭਾਏ। ਸੱਚੇ ਸ਼ਬਦ ਸਚਾ ਸਲਾਹੀ, ਸੱਚੇ ਮੈਲ ਮਿਲਾਵਣੀਆਂ। ਹੋਂ ਵਾਰੀ ਜਿਉਂ ਵਾਰੀ, ਸੱਚ ਸਲਾਹਣੀਆਂ। ਸੱਚ ਧਿਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣੀਆਂ ਰਹਾਓ। ਜੈ ਦੇਖਾਂ ਸੱਚ ਸਭਨੀ ਥਾਈਂ, ਗੁਰ ਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣੀਆਂ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਢੀਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨਿਹਚਲ, ਨਿਜ ਘਰ ਵਾਸਾ ਪਾਵਣੀਆਂ। ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣੀਆਂ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੇ ਸੇ ਵਡ ਭਾਗੀ। ਸੱਚੇ ਸ਼ਬਦ ਆਪ ਮਿਲਾਏ, ਸਤ ਸੰਗਤ ਸੱਚ ਗੁਣ ਗਾਵਣੀਆਂ। ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਵੇ, ਉਹ ਅਗਮ ਅਗੋਚਰ ਸ਼ਬਦ ਸੁਧ ਹੋਵੇ। ਅਨ ਦਿਨ ਸੱਚ ਸ਼ਬਦ ਸਲਾਹੀ, ਹੋਰ ਕੋਇ ਨ ਕੀਮਤ ਪਾਵਣੀਆਂ। ਪੜ੍ਹ ਪੜ੍ਹ ਥਾਕੇ ਸਾਂਤ ਨ ਆਈ, ਤ੍ਰਿਸ਼ਨਾ ਜਾਲੇ ਸੁਧ ਨ ਕਾਈ। ਬਿਖ ਵਹਾਜੋ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਵਣੀਆਂ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਏਕੋ ਨਾਮ ਵਰਤੇ, ਮਨ ਅੰਤਰ ਗੁਰ ਪ੍ਰਸਾਦੀ ਪਾਵਣੀਆਂ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਏਕੋ ਨਾਮ ਵਰਤੇ, ਮਨ ਅੰਤਰ ਗੁਰ ਪ੍ਰਸਾਦੀ ਪਾਵਣੀਆਂ। ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭ, ਜਿਹੜੇ ਗੁਰਮੁਖ ਤੈਨੂੰ ਚੰਗੇ ਲੱਗਦੇ ਹਨ, ਉਹ ਤੇਰੇ ਸਤ ਸਰੂਪ ਨਾਮ ਵਿੱਚ ਜੁੜੇ ਰਹਿੰਦੇ ਹਨ। ਉਹ ਆਤਮਿਕ ਅਡੋਲਤਾ ਦੇ ਭਾਵ ਵਿੱਚ ਟਿਕ ਕੇ ਸਦਾ ਤੇਰੇ ਸਦਾ ਥਿਰ ਰਹਿਣ ਵਾਲੇ ਨਾਮ ਨੂੰ ਸਿਮਰਦੇ ਹਨ। ਭਾਵ ਉਹ ਗੁਰਮੁਖ ਤੇਰੇ ਭਾਣੇ ਵਿੱਚ ਰਹਿੰਦੇ ਹਨ। ਇਹ ਭਾਈ, ਜੇ ਪ੍ਰਭ ਦੀ ਮਿਹਰ ਹੋਵੇ ਤਾਂ ਮੈਂ ਵੀ ਸਦਾ ਸਤ ਸਰੂਪ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਦੇ ਰਾਹੀਂ ਉਸ ਸਤ ਸਰੂਪ ਪ੍ਰਭ ਦੀ ਸਿਫਤ ਸਲਾਹ ਕਰਦਾ ਰਹਾਂ। ਜਿਹੜੇ ਸਿਫਤ ਸਲਾਹ ਕਰਦੇ ਹਨ, ਉਹ ਸਤ ਸਰੂਪ ਰਹਿਣ ਵਾਲੇ ਪ੍ਰਭ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਜੀ। ਭਾਵ ਉਹਨਾਂ ਨੇ ਆਪਣੇ ਜੀਵਨ ਅੰਦਰ ਸੱਚ ਨੂੰ ਅਪਣਾਇਆ ਹੈ ਅਤੇ ਸੱਚ ਗੁਰ ਸ਼ਬਦ ਨੂੰ ਅਪਣਾਇਆ ਹੈ ਅਤੇ ਉਹ ਆਤਮਿਕ ਅਡੋਲਤਾ ਵਿੱਚ ਟਿਕ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਤੋਂ ਸਦਕੇ ਕੁਰਬਾਨ ਹਾਂ, ਜੋ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਭਾਵ ਉਹ ਗੁਰਮੁਖ ਵਡਭਾਗੀ ਹਨ ਜੀ। ਜਿਹੜੇ ਗੁਰਮੁਖ ਸਤ ਸਰੂਪ ਪ੍ਰਭ ਦਾ ਧਿਆਨ ਧਰਦੇ ਹਨ, ਉਹ ਸਦਾ ਸਤ ਸਰੂਪ ਵਿੱਚ ਰੰਗੇ ਰਹਿੰਦੇ ਹਨ। ਉਹ ਸਦਾ ਹੀ ਸਤ ਸਰੂਪ ਵਿੱਚ ਲੀਨ ਰਹਿੰਦੇ ਹਨ ਜੀ। ਰਹਾਓ। ਭਾਵ ਉਹ ਗੁਰ ਸ਼ਬਦ ਵਿੱਚ ਗੁਰੂ ਸ਼ਬਦ ਨੂੰ ਧਾਰਨ ਕਰਕੇ ਆਪਣੀ ਜ਼ਿੰਦਗੀ ਵਿੱਚ ਸੱਚ ਨੂੰ ਅਪਣਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ,
ਮੈਂ ਜਿੱਧਰ ਵੇਖਦਾ ਹਾਂ ਸਤ ਸਰੂਪ ਪਰਮਾਤਮਾ ਕਰਤਾਰ ਸਭ ਥਾਂ ਵਸਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਉਸ ਨੂੰ ਮੈਂ ਆਪਣੇ ਮਨ ਵਿੱਚ ਵਸਾ ਸਕਦਾ ਹਾਂ, ਭਾਵ ਤੇਰੇ ਹੁਕਮ ਵਿੱਚ ਜਿਉ ਸਕਦਾ ਹਾਂ ਜੀ। ਜਿਹੜੇ ਗੁਰਮੁਖ ਉਸ ਸਤ ਸਰੂਪ ਪ੍ਰਭ ਦਾ ਨਾਮ ਸੁਣ ਕੇ ਉਚਾਰ ਕੇ ਉਸ ਦੇ ਗੁਣ ਗਾਣ ਕਥਨ ਕਰਦੇ ਹਨ, ਉਹਨਾਂ ਦੀ ਜੀਵ ਸਤ ਸਰੂਪ ਰਹਿਣ ਵਾਲੇ ਪ੍ਰਭ ਦੇ ਨਾਮ ਰੰਗ ਵਿੱਚ ਰੰਗੀ ਜਾਂਦੀ ਹੈ। ਉਹਨਾਂ ਦੇ ਗਿਆਨ ਇੰਦਰੀ ਅਡੋਲ ਹੋ ਜਾਂਦੇ ਹਨ ਜੀ, ਭਾਵ ਉਹਨਾਂ ਦਾ ਮਨ ਗੁਰਸ਼ਬਦ ਵਿੱਚ ਲੱਗਣ ਲੱਗ ਜਾਂਦਾ ਹੈ ਤੇ ਉਹ ਆਪਣੇ ਵਿਕਾਰਾਂ ਉੱਤੇ ਕਾਬੂ ਪਾ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਨ ਨੂੰ ਮਾਰ ਕੇ ਜਿਸ ਗੁਰਮੁਖ ਦੀ ਵਾਸਨਾ ਸਤ ਸਰੂਪ ਪ੍ਰਭ ਵਿੱਚ ਲੀਨ ਹੋ ਗਈ ਹੈ, ਉਸਨੇ ਇਸ ਟਿਕੇ ਹੋਏ ਮਨ ਦੀ ਰਾਹੀਂ ਇਸ ਸਾਰੀ ਜਨਮ ਮਰਨ ਦੀ ਖੇਡ ਵੇਖ ਲਈ ਹੈ, ਸਮਝ ਲਈ ਹੈ, ਭਾਵ ਉਸ ਨੂੰ ਸੋਝੀ ਹੋ ਜਾਂਦੀ ਹੈ ਜੀ। ਉਹ ਗੁਰਮੁਖ ਗੁਰੂ ਦਾ ਆਸਰਾ ਲੈਂਦਾ ਹੈ। ਉਸ ਦਾ ਮਨ ਸਦਾ ਵਾਸਤੇ ਮਾਇਆ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦਾ ਹੈ। ਉਹ ਆਪਣੇ ਅਸਲ ਘਰ ਵਿੱਚ ਪ੍ਰਭ ਚਰਨਾਂ ਵਿੱਚ ਟਿਕਾਣਾ ਹਾਸਲ ਕਰ ਲੈਂਦਾ ਹੈ ਜੀ, ਭਾਵ ਜਿਸ ਗੁਰਮੁਖ ਨੇ ਆਪਣਾ ਮਨ ਗੁਰਸ਼ਬਦ ਨਾਲ ਜੋੜਿਆ ਹੈ, ਉਹ ਧਨ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਗੁਰੂ ਦੇ ਸ਼ਬਦ ਨੇ ਮੈਨੂੰ ਪਰਮਾਤਮਾ ਮੇਰੇ ਹਿਰਦੇ ਵਿੱਚ ਵਿਖਾ ਦਿੱਤਾ ਹੈ ਜੀ, ਭਾਵ ਉਸ ਸ਼ਬਦ ਵਿੱਚ ਜੁੜਨਾ ਹੈ ਜੀ, ਤੇ ਉਸ ਲਿਵ ਸਾਡੇ ਅੰਦਰ ਹੀ ਹੈ ਜੀ। ਗੁਰਸ਼ਬਦ ਨੇ ਮੇਰੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੱਤਾ ਹੈ। ਹੁਣ ਮੈਂ ਹਰ ਥਾਂ ਉਸ ਸਤ ਸਰੂਪ ਪ੍ਰਭ ਨੂੰ ਹੀ ਵੇਖ ਕੇ ਉਸ ਦੀ ਸਿਫਤ ਸਲਾਹ ਕਰਦਾ ਹਾਂ। ਹੇ ਭਾਈ, ਗੁਰੂ ਦੇ ਸ਼ਬਦ ਵਿੱਚ ਜੁੜਨ ਵਾਲੇ ਗੁਰਮੁਖ ਸਤ ਸਰੂਪ ਪ੍ਰਭ ਦਾ ਮਿਲਾਪ ਹਾਸਲ ਕਰਦੇ ਹਨ ਜੀ, ਭਾਵ ਉਸ ਗੁਰਮੁਖ ਨੇ ਆਪਣਾ ਆਪਾ ਭਾਵ ਸਮਝ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਗੁਰਮੁਖ ਸਤ ਸਰੂਪ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ ਪ੍ਰਭ ਦੇ ਚਰਨਾਂ ਵਾਸਤੇ ਸਦਾ ਕਾਇਮ ਰਹਿਣ ਵਾਲੀ ਲਗਨ ਪੈਦਾ ਹੋ ਜਾਂਦੀ ਹੈ, ਭਾਵ ਉਹਨਾਂ ਦਾ ਮਨ ਗੁਰਸ਼ਬਦ ਵਿੱਚ ਟਿਕਣ ਲੱਗ ਜਾਂਦਾ ਹੈ ਜੀ। ਉਹ ਵੱਡੇ ਭਾਗਾਂ ਵਾਲੇ ਗੁਰਮੁਖ ਪ੍ਰਭ ਦੇ ਨਾਮ ਨੂੰ, ਗੁਰਸ਼ਬਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ ਜੀ। ਜਿਨ੍ਹਾਂ ਗੁਰਮੁਖਾਂ ਨੂੰ ਪ੍ਰਭ ਆਪ ਹੀ ਸਿਫਤ ਸਲਾਹ ਦੀ ਬਾਣੀ ਵਿੱਚ ਜੋੜਦਾ ਹੈ, ਉਹ ਸਾਧ ਸੰਗ ਵਿੱਚ ਰਹਿ ਕੇ ਸਤ ਸਰੂਪ ਪ੍ਰਭ ਨੂੰ ਸਿਮਰਦੇ ਹਨ, ਉਸ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਉਸ ਪਰਮਾਤਮਾ ਦੀ ਕੁਦਰਤ ਦਾ, ਉਸ ਦੀ ਹਸਤੀ ਦਾ, ਉਸ ਦੇ ਗੁਣਾਂ ਦਾ ਪੂਰਾ ਗਿਆਨ ਪ੍ਰਾਪਤ ਕਰਨ ਦਾ ਯਤਨ ਵਿਅਰਥ ਹੈ। ਉਸ ਦਾ ਸਰੂਪ ਲੇਖਿਆਂ ਤੋਂ ਬਾਹਰ ਹੈ, ਉਹ ਅਪਹੁੰਚ ਹੈ। ਮਨੁੱਖ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ, ਪਰ ਪਰਮਾਤਮਾ ਦੀ ਇਸ ਅਗਾਧਤਾ ਦੀ ਸਮਝ ਗੁਰੂ ਦੇ ਸ਼ਬਦ ਦੀ ਰਾਹੀਂ ਹੁੰਦੀ ਹੈ। ਮੈਂ ਤਾਂ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੀ ਰਾਹੀਂ ਉਸ ਦੀ ਸਿਫਤ ਸਲਾਹ ਹੀ ਕਰਦਾ ਹਾਂ। ਕੋਈ ਵੀ ਹੋਰ ਐਸਾ ਨਹੀਂ ਜਿਸ ਨੂੰ ਉਸ ਪਰਮਾਤਮਾ ਦੇ ਬਰਾਬਰ ਕਿਹਾ ਜਾ ਸਕੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਦਾ ਅੰਤ ਪਾਉਣ ਵਾਸਤੇ
ਅਨੇਕਾਂ ਪੁਸਤਕਾਂ ਪੜ੍ਹ ਕੇ ਪੰਡਤ ਵਿਦਵਾਨ ਲੋਕ ਥੱਕ ਗਏ ਹਨ। ਪ੍ਰਭ ਦਾ ਸਰੂਪ ਵੀ ਨਾ ਸਮਝ ਸਕੇ, ਉਸ ਸੱਚ ਨੂੰ ਵੀ ਨਾ ਸਮਝ ਸਕੇ ਤੇ ਆਤਮਿਕ ਅਡੋਲਤਾ ਵੀ ਪ੍ਰਾਪਤ ਨਾ ਹੋਈ, ਸਗੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜੇ ਰਹਿੰਦੇ ਹਨ। ਭਾਵ ਕਿਤਾਬਾਂ ਪੜ੍ਹ ਕੇ ਉਹਨਾਂ ਦੇ ਅੰਦਰ ਹੋਰ ਵੀ ਹੰਕਾਰ ਆ ਗਿਆ ਹੈ ਜੀ। ਆਤਮਕ ਮੌਤ ਲਿਆਉਣ ਵਾਲੀ ਉਹ ਮਾਇਆ ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ। ਇਸ ਮਾਇਆ ਜ਼ਹਿਰ ਦੇ ਮੋਹ ਦੀ ਹੀ ਉਹਨਾਂ ਨੂੰ ਪਿਆਸ ਲੱਗੀ ਰਹਿੰਦੀ ਹੈ। ਝੂਠ ਬੋਲ ਕੇ ਉਹ ਇਸ ਜ਼ਹਿਰ ਨੂੰ ਹੀ ਆਪਣੀ ਆਤਮਕ ਖੁਰਾਕ ਬਣਾਈ ਰੱਖਦੇ ਹਨ ਜੀ। ਭਾਵ ਉਹ ਮਾਇਆਵੀ ਵਿਕਾਰਾਂ ਵਿੱਚ ਹੰਕਾਰੇ ਹੋਏ ਕਿ ਮੈਂ ਬਹੁਤ ਪੜ੍ਹਿਆ ਲਿਖਿਆ ਹਾਂ ਵਿੱਚ ਹੀ ਫਸੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਜਿਸ ਗੁਰਮੁਖ ਨੇ ਗੁਰੂ ਦੀ ਕਿਰਪਾ ਨਾਲ ਸਿਰਫ ਇੱਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਹੈ, ਗੁਰੂ ਉਸ ਨੂੰ ਦੂਜਾ ਭਾਉ ਮਨ ਸੱਚ ਸਮਾਣਾ, ਗੁਰ ਸ਼ਬਦ ਤੋਂ ਬਿਨਾਂ ਹੋਰ ਪਿਆਰ ਨੂੰ ਮਾਰ ਕੇ ਉਸ ਦਾ ਮਨ ਸਰੂਪ ਸਤ ਸਰੂਪ ਰਹਿਣ ਵਾਲੇ ਪ੍ਰਭ ਵਿੱਚ ਲੀਨ ਹੋ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਵਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਮਿਲਾਪ ਹਾਸਲ ਕਰ ਲੈਂਦੇ ਹਨ ਜੀ। ਭਾਵ ਜਿਨ੍ਹਾਂ ਗੁਰਮੁਖਾਂ ਦਾ ਮਨ ਸੱਚ ਗੁਰ ਸ਼ਬਦ ਵਿੱਚ ਲੱਗਦਾ ਹੈ, ਉਹਨਾਂ ਨੂੰ ਉਹ ਸੱਚ ਕਰਤਾਰ ਪਰਮਾਤਮਾ ਦੇ ਸੱਚੇ ਹੁਕਮ ਵਿੱਚ ਰਹਿਣ ਦੀ ਜਾਚ ਆ ਜਾਂਦੀ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸ ਰਹੇ ਹਨ ਕਿ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਸੱਚ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਗੁਰ ਸ਼ਬਦ ਵਿੱਚ ਜੁੜਨਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਰਚਨਾ ਵਿੱਚ ਸੱਚ ਦੀ ਵਰਤੋਂ ਅਨੇਕ ਵਾਰੀ ਕੀਤੀ ਗਈ ਹੈ। ਕਈ ਲੋਕ ਸਮਝਦੇ ਹਨ ਕਿ ਸੱਚ ਸ਼ਬਦ ਦਾ ਭਾਵ ਕੇਵਲ ਸੱਚ ਬੋਲਣਾ ਹੈ, ਪਰ ਗੁਰੂ ਬਾਬਾ ਜੀ ਦੀ ਬਾਣੀ ਨੂੰ ਖੋਜਿਆਂ ਇਹ ਪਤਾ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਸੱਚ ਪਦ ਨੂੰ ਸਭ ਤੋਂ ਵੱਧ ਸਤਿਪੁਰਖ ਲਈ ਵਰਤਿਆ ਹੈ। ਜੋ ਸਭ ਦਾ ਆਦਿ ਹੈ, ਉਹ ਕਰਤਾ ਪੁਰਖ ਹੈ। ਇਹ ਸੱਚ ਤਿੰਨਾਂ ਲੋਕਾਂ ਤੋਂ ਪਰੇ ਹੈ, ਮਾਇਆ ਤੋਂ ਰਹਿਤ ਹੈ। ਸੱਚ ਦੇ ਸਿਮਰਨ ਨਾਲ ਮਨ ਵਿੱਚ ਸੰਤੋਖ ਆਉਂਦਾ ਹੈ। ਭਾਵ ਗੁਰ ਸ਼ਬਦ ਹੀ ਸੱਚ ਹੈ ਜੀ। ਮਨੁੱਖ ਦੀ ਸੁਰਤ ਨੂੰ ਟਿਕਾਉਣ ਵਿੱਚ ਸਹਾਈ ਹੁੰਦਾ ਹੈ। ਸੱਚ ਦੀ ਪ੍ਰਵੇਸ਼ਕਾ ਸੱਚੀ ਕਿਰਿਆ ਨੂੰ ਜਨਮ ਦਿੰਦੀ ਹੈ। ਸੱਚ ਦੀ ਪ੍ਰਾਪਤੀ ਦਾ ਸਾਧਨ ਜੋ ਗੁਰਬਾਣੀ ਵਿੱਚ ਵਰਣਨ ਕੀਤਾ ਗਿਆ ਹੈ, ਉਸ ਨੂੰ ਅਪਣਾਉਣ ਨਾਲ ਹੀ ਜੀਵਨ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਾਪਤੀ ਦਾ ਸਾਧਨ ਹੈ ਸਤ ਅਤੇ ਸਤਸੰਗਤ ਵੀ ਹੈ ਜੀ। ਜਿਹੜੇ ਜਗਿਆਸੂ ਸੱਚ ਵਿੱਚ ਲੱਗ ਜਾਂਦੇ ਹਨ, ਉਹਨਾਂ ਨੇ ਮਾਇਆ ਮੋਹ ਨੂੰ ਸਾੜ ਕੇ ਗੁਰੂ ਦੇ ਸ਼ਬਦ ਰਾਹੀਂ ਸੱਚੇ ਜੀਵਨ ਨੂੰ ਅਪਣਾਇਆ ਹੈ ਜੀ। ਭਾਵ ਆਪਣੇ ਜੀਵਨ ਨੂੰ ਸੱਚਾ ਬਣਾ ਲਿਆ ਹੈ। ਸੱਚ ਅਤੇ ਸ਼ਾਂਤੀ ਪ੍ਰਾਪਤ ਕਰਨ ਦਾ ਸਾਧਨ ਨਿਰਾ ਸੰਜਮ ਜਾਂ ਧਾਰਮਿਕ ਪੁਸਤਕਾਂ ਦਾ ਪੜ੍ਹਨਾ ਪਾਠ ਹੀ ਨਹੀਂ, ਕਿਉਂਕਿ ਵੱਡੇ ਪੰਡਤ ਪੁਸਤਕਾਂ ਤੇ ਗ੍ਰੰਥ ਪੜ੍ਹ ਕੇ
ਮਰ ਖੱਪ ਗਏ ਹਨ, ਪਰ ਉਹ ਸੱਚ ਅਤੇ ਸ਼ਾਂਤੀ ਪ੍ਰਾਪਤ ਨਾ ਕਰ ਸਕੇ। ਜੇ ਗੁਰ ਦੀ ਕਿਰਪਾ ਹੋਵੇ, ਮਨ ਦੁਬਦਾ ਮਾਰ ਕੇ ਨਿਮਰਤਾ ਤੇ ਸੇਵਾ ਵਿੱਚ ਲੱਗ ਜਾਵੇ ਤਾਂ ਸੱਚੀ ਪੜ੍ਹਾਈ ਵਿੱਚ ਸਮਾਈ ਹੋਣੀ ਸੰਭਵ ਹੈ। ਭਾਵ ਗੁਰ ਸ਼ਬਦ ਰਾਹੀਂ ਉਸ ਸੱਚ ਕਰਤਾਰ ਦਾ ਹੁਕਮ ਪਛਾਣਨ ਦੀ ਸੋਝੀ ਹੁੰਦੀ ਹੈ ਜੀ। ਸੱਚ ਗੁਰ ਸ਼ਬਦ ਦੁਆਰਾ ਮਨੋਵਿਕਾਰਾਂ ਨੂੰ ਠੱਲ ਪੈ ਜਾਂਦੀ ਹੈ। ਉਸ ਦੀ ਸੂਝ ਗੁਰ ਸ਼ਬਦ ਰਾਹੀਂ ਹੁੰਦੀ ਹੈ ਅਤੇ ਵਿਕਾਰਾਂ 'ਤੇ ਕਾਬੂ ਕਰਕੇ ਸੱਚੇ ਦੇ ਸੱਚ ਹੁਕਮ ਵਿੱਚ ਰਹਿਣ ਦੀ ਜਾਚ ਆਉਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।